ਦੋਸਤੋ, ਅਗਰ ਤੁਸੀਂ ਭਾਰਤ ਵਿੱਚ ਰਹਿੰਦੇ ਵੀ ਕਿਸੇ ਅਜਿਹੀ ਜਗ੍ਹਾ ਦੀ ਕਲਪਨਾ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਵਿਦੇਸ਼ ਵਿੱਚ ਰਹਿ ਰਹੇ ਹੋ, ਜਿੱਥੇ ਮੌਜ ਮਸਤੀ ਆਮ ਗੱਲ ਹੈ, ਤਾਂ ਉਸ ਦੇ ਲਈ ਹੈ ਗੋਆ, ਜਿੱਥੇ ਹਰ ਇੱਕ ਨੌਜਵਾਨ ਇੱਕ ਵਾਰ ਜ਼ਰੂਰ ਜਾਣਾ ਚਾਹੁੰਦਾ ਹੈ ਆਪਣੇ ਜੀਵਨ 'ਚ ਫੁੱਲ ਮਸਤੀ ਕਰਨ ਲਈ। ਪਰ ਸ਼ਰਤ ਇੱਕ ਹੀ ਹੈ ਕਿ ਉਸ ਦੇ ਕੋਲ ਪੈਸੇ ਦੀ ਕਮੀ ਨਹੀਂ ਹੋਣੀ ਚਾਹੀਦੀ। ਗੋਆ ਵਿੱਚ ਤਕਰੀਬਨ 7000 ਬਾਰ ਹਨ ਜਿਨ੍ਹਾਂ ਨੂੰ ਸਰਕਾਰ ਤੋਂ ਲਾਇਸੈਂਸ ਮਿਲਿਆ ਹੋਇਆ ਹੈ। ਬੇਸ਼ੱਕ ਗੋਆ ਭਾਰਤ ਦਾ ਇੱਕ ਸੂਬਾ ਹੈ, ਪਰ ਇੱਥੇ ਅੱਜ ਵੀ ਪੁਰਤਗਾਲੀ ਸੰਸਕ੍ਰਿਤੀ ਦੇਖੀ ਜਾ ਸਕਦੀ ਹੈ, ਜਿਸ ਦਾ ਕਾਰਨ ਹੈ ਕਿ ਗੋਆ ਉੱਤੇ ਲਗਭਗ 450 ਸਾਲ ਤੱਕ ਪੁਰਤਗਾਲੀ ਸ਼ਾਸਨ ਰਿਹਾ। ਗੋਆ ਭਾਰਤ ਦੀਆਂ ਉਹਨਾਂ ਚੁਣਿੰਦਾ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਸਵੇਰ ਦੇ ਨਾਸ਼ਤੇ ਵਿੱਚ ਬੀਅਰ ਪੀਣਾ ਆਮ ਗੱਲ ਹੈ। ਸ਼ਾਮ ਹੁੰਦਿਆਂ ਹੀ ਗੋਆ ਪਾਰਟੀ ਦੀ ਧਰਤੀ 'ਚ ਬਦਲ ਜਾਂਦਾ ਹੈ। ਬਾਗਾ ਬੀਚ ਦੇ ਕੋਲ ਦੋ ਬਹੁਤ ਹੀ ਪ੍ਰਸਿੱਧ ਨਾਈਟ ਕਲੱਬ ਹਨ, ਟੀਟੋਸ ਕੈਫੇ ਹਾਲ, ਮੀਮੋਸ ਕੈਫੇ। ਇੱਥੇ ਘੁੰਮਦੇ ਹੋਏ ਤੁਸੀਂ ਸੜਕ ਕਿਨਾਰੇ ਬਣੇ ਰੈਸਟੋਰੈਂਟ ਵਿੱਚ ਵਧੀਆ ਖਾਣਾ ਖਾ ਸਕਦੇ ਹੋ ਅਤੇ ਮਿਊਜ਼ਿਕ ਦਾ ਭਰਪੂਰ ਆਨੰਦ ਲੈ ਸਕਦੇ ਹੋ। ਨਾਈਟਸ ਕਲੱਬ ਤੋਂ ਇਲਾਵਾ ਬੀਚਿਸ 'ਤੇ ਬਣੀ ਛੋਟੀਆਂ ਕਈ ਥਾਵਾਂ 'ਤੇ ਵੀ ਪਾਰਟੀ ਲਈ ਵਧੀਆ ਮੰਨੀਆਂ ਜਾ ਸਕਦੀਆਂ ਹਨ। ਨਾਈਟਸ ਕਲੱਬ ਤੋਂ ਇਲਾਵਾ ਬੀਚਿਸ 'ਤੇ ਬਣੀ ਛੋਟੀਆਂ ਕਈ ਥਾਵਾਂ ਵੀ ਪਾਰਟੀ ਲਈ ਬਹੁਤ ਵਧੀਆ ਮੰਨੀਆਂ ਜਾਂਦੀਆਂ ਹਨ। He movido cielo y tierra y no te encontré. Y llegas hoy de repente y das sentido toda mi vida con tu querer. Una vez ya. Y has estado. He movido cielo y tierra y no te encontré. Y llegas hoy de repente y das sentido toda mi vida con tu querer. Una vez ya. ਗੋਆ ਦੇ ਸਭ ਤੋਂ ਵੱਡੇ ਬੀਚ ਹਨ ਕੌਂਡਲਮ ਬੀਚ, ਬਾਗਾ ਬੀਚ। ਗੋਆ ਦੀ ਰਾਜਧਾਨੀ ਪੰਜਿਮ ਹੈ। ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਗੋਆ ਭਾਰਤ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ। ਇੱਥੇ ਪ੍ਰਤੀ ਵਿਅਕਤੀ ਆਮਦਨ ਕਰੀਬ 18 ਲੱਖ ਰੁਪਏ ਸਾਲਾਨਾ ਹੈ। 1947 'ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਪੁਰਤਗਾਲ ਨੂੰ ਗੋਆ ਨੂੰ ਆਜ਼ਾਦ ਕਰਨ ਲਈ ਕਿਹਾ ਸੀ, ਪਰ ਪੁਰਤਗਾਲ ਸਰਕਾਰ ਨਹੀਂ ਸੀ ਮੰਨੀ। ਆਖਿਰ ਦਸੰਬਰ 1961 ਵਿੱਚ ਇੱਕ ਫੌਜੀ ਕਾਰਵਾਈ ਕਰਦਿਆਂ ਭਾਰਤ ਨੇ ਇਸ ਉੱਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਇੱਥੇ ਭਾਰਤ ਸਰਕਾਰ ਦਾ ਸ਼ਾਸਨ ਕਾਇਮ ਹੈ। ਪਰ ਇੱਥੇ ਅੱਜ ਵੀ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਜ਼ਿਆਦਾ ਹਨ। ਪਾਣੀ ਉੱਤੇ ਤੈਰਨ ਵਾਲਾ ਭਾਰਤ ਦਾ ਇੱਕਮਾਤਰ ਕਸੀਨੋ ਗੋਆ ਦੀ ਰਾਜਧਾਨੀ ਪਣਜੀ ਵਿੱਚ ਹੈ। ਇਸ ਕਸੀਨੋ 'ਤੇ ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਨਾਮੀ ਵਪਾਰੀ ਵੀ ਆਪਣੀ ਕਿਸਮਤ ਅਜ਼ਮਾਉਣ ਆਉਂਦੇ ਹਨ। ਬਿਗ ਡੈਡੀ ਨਾਮਕ ਇਸ ਕਸੀਨੋ 'ਚ ਡਾਂਸ ਪਾਰਟੀ, ਸ਼ਰਾਬ, ਖਾਣਾ ਸਾਰਾ ਕੁਝ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਭਾਰਤ ਦਾ ਸਭ ਤੋਂ ਪਹਿਲਾ ਇੰਗਲਿਸ਼ ਮੀਡੀਅਮ ਸਕੂਲ ਵੀ ਗੋਆ ਵਿੱਚ ਖੋਲ੍ਹਿਆ ਗਿਆ ਸੀ। ਗੋਆ ਵਿੱਚ ਵਿਦੇਸ਼ੀ ਸੈਲਾਨੀ ਵੀ ਬਹੁਤ ਆਉਂਦੇ ਹਨ ਅਤੇ ਇਸ ਦਾ ਮੁੱਖ ਕਾਰਨ ਹੈ ਗੋਆ ਵਿੱਚ ਛੋਟੇ ਵੱਡੇ ਕੁੱਲ 40 ਬੀਚਿਸ ਹਨ ਅਤੇ ਨਵੇਂ ਸਾਲ ਮੌਕੇ ਬਹੁਤ ਲੋਕ ਇੱਥੇ ਆ ਕੇ ਨਵਾਂ ਸਾਲ ਸੈਲੀਬ੍ਰੇਟ ਕਰਦੇ ਹਨ। ਗੋਆ ਦੇ ਦੱਖਣੀ ਤੱਟ 'ਤੇ ਹੈ ਦੇਸ਼ ਦਾ ਸਭ ਤੋਂ ਉਚਾਈ ਤੋਂ ਗਿਰਨ ਵਾਲਾ ਪਾਣੀ ਦਾ ਝਰਨਾ ਦੁੱਧ ਸਾਗਰ ਜਾਣ ਲਈ ਤੁਹਾਨੂੰ ਐਂਟਰੀ ਟਿਕਟ ਲੈਣੀ ਪੈਂਦੀ ਹੈ, ਜੋ ਕਰੀਬ 500 ਰੁਪਏ ਪ੍ਰਤੀ ਵਿਅਕਤੀ ਹੈ। ਨਾਲ ਹੀ ਤੁਹਾਨੂੰ 50 ਰੁਪਏ ਪ੍ਰਤੀ ਜਾਕਟ ਦੇ ਹਿਸਾਬ ਨਾਲ ਲਾਈਫ ਜੈਕਟ ਲੈਣੀ ਪੈਂਦੀ ਹੈ। ਟਿਕਟ ਵਿੱਚ ਤੁਹਾਨੂੰ ਇੱਕ ਜੀਪ ਮਿਲੇਗੀ ਜਿਸ ਵਿੱਚ ਕੁੱਲ 7 ਪੈਸੇਂਜਰ ਹੋਣਗੇ ਜੋ ਤੁਹਾਨੂੰ ਦੁੱਧ ਸਾਗਰ ਝਰਨੇ 'ਤੇ ਲੈ ਕੇ ਜਾਣਗੇ ਅਤੇ ਉਸੇ ਜੀਪ ਵਿੱਚ ਤੁਹਾਨੂੰ ਵਾਪਸ ਵੀ ਆਉਣਾ ਪਵੇਗਾ। ਟਿਕਟ ਬੁਕਿੰਗ ਵਾਲੀ ਜਗ੍ਹਾ ਤੋਂ ਵਾਟਰਫਾਲ ਦਾ ਸਫ਼ਰ 12 ਕਿਲੋਮੀਟਰ ਦਾ ਹੈ, ਜਿਸ ਲਈ 30 ਤੋਂ 40 ਮਿੰਟ ਲੱਗਦੇ ਹਨ। ਇਹ ਰਸਤਾ ਜੰਗਲ ਦਾ ਰਸਤਾ ਹੈ ਅਤੇ ਕਈ ਜਗ੍ਹਾ 'ਤੇ ਜੀਪ ਛੋਟੀਆਂ ਨਦੀਆਂ ਨੂੰ ਪਾਰ ਕਰਕੇ ਜਾਂਦੀ ਹੈ। ਮੇਰਾ ਮੰਨਣਾ ਹੈ ਕਿ ਜੇ ਤੁਸੀਂ ਗੋਆ ਜਾ ਕੇ ਵੀ ਦੁੱਧ ਸਾਗਰ ਵਾਟਰਫਾਲ ਦੇਖਣ ਨਹੀਂ ਗਏ ਤਾਂ ਤੁਹਾਡਾ ਟ੍ਰਿਪ ਅਧੂਰਾ ਹੈ। ਜੰਗਲ 'ਚ ਅੱਗੇ ਵਧਦੇ ਹੋਏ ਤੁਹਾਡੇ ਰਸਤੇ ਵਿੱਚ ਇੱਕ ਜੰਗਲਾਤ ਵਿਭਾਗ ਦੀ ਚੈੱਕ ਪੋਸਟ ਵੀ ਆਏਗੀ, ਜਿੱਥੋਂ ਤੁਹਾਨੂੰ ਇੱਕ 50 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਐਂਟਰੀ ਟਿਕਟ ਲੈਣੀ ਪਏਗੀ। ਜੇਕਰ ਤੁਹਾਡੇ ਕੋਲ ਕੋਈ ਕੈਮਰਾ ਹੈ ਤਾਂ ਉਸ ਦੀ ਅਲੱਗ ਟਿਕਟ ਹੋਵੇਗੀ।
ਚੈੱਕ ਪੋਸਟ ਦੇ ਨਾਲ ਹੀ ਇੱਕ ਵਾਈਲਡ ਲਾਈਫ ਐਜੂਕੇਸ਼ਨ ਸੈਂਟਰ ਕਮ ਪਾਰਕ ਹੈ, ਜਿੱਥੇ ਰੁਕ ਕੇ ਤੁਸੀਂ ਫੋਟੋਆਂ ਵਗੈਰਾ ਖਿੱਚ ਕੇ ਆਪਣੇ ਟ੍ਰਿਪ ਨੂੰ ਯਾਦਗਾਰੀ ਬਣਾ ਸਕਦੇ ਹੋ। ਦੁੱਧਸਾਗਰ ਵਾਟਰਫਾਲਸ ਗੋਆ ਦਾ ਆਖਰੀ ਡੈਸਟੀਨੇਸ਼ਨ ਹੈ, ਕਿਉਂਕਿ ਇਸ ਦੇ ਦੂਜੇ ਪਾਸੇ ਕਰਨਾਟਕ ਸ਼ੁਰੂ ਹੋ ਜਾਂਦਾ ਹੈ। ਰਸਤੇ ਵਿੱਚ ਜਾਂਦੇ ਜਾਂਦੇ ਤੁਸੀਂ ਕਾਲੀ ਮਿਰਚ ਤੇ ਹੋਰ ਬਹੁਤ ਸਾਰੀਆਂ ਮਸਾਲਿਆਂ ਦੀਆਂ, ਜੜੀ ਬੂਟੀਆਂ ਦੀਆਂ ਇਸ ਜਗ੍ਹਾ ਦੇ ਉੱਤੇ ਪੇੜ ਜਾਂ ਵੇਲਾਂ ਦੇਖ ਸਕਦੇ ਹੋ। ਇਸ ਗੇਟ ਦੇ ਆਸ-ਪਾਸ ਤੁਹਾਨੂੰ ਜੀਪ 'ਚੋਂ ਉਤਾਰ ਦਿੱਤਾ ਜਾਵੇਗਾ ਤੇ ਫਿਰ ਇੱਥੋਂ ਲਗਭਗ 500 ਮੀਟਰ ਦਾ ਪੈਦਲ ਸਫ਼ਰ ਤੈਅ ਕਰਨਾ ਪਵੇਗਾ। ਪੈਦਲ ਚੱਲਦੇ ਤੁਸੀਂ ਅਜਿਹੇ ਰਸਤੇ 'ਤੇ ਚੱਲੋਗੇ ਜਿਹੜਾ ਪੱਥਰਾਂ ਦਾ ਹੋਵੇਗਾ, ਜੰਗਲ ਦੇ ਵਿੱਚ ਹੈ ਤੇ ਤੁਹਾਨੂੰ ਇੱਕ ਰਿਵਰ ਵੀ ਪਾਰ ਕਰਨੀ ਪਵੇਗੀ। ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਤੁਹਾਨੂੰ ਵਾਟਰਫਾਲਸ ਦੀ ਆਵਾਜ਼ ਸਾਫ਼ ਸੁਣਾਈ ਦੇਣ ਲੱਗੇਗੀ ਤੇ ਤੁਹਾਡਾ ਐਕਸਾਈਟਮੈਂਟ ਵੱਧ ਜਾਵੇਗਾ। ਇੱਥੇ ਕੁਝ ਚੇਂਜਿਸ ਰੂਮ ਵੀ ਬਣਾਏ ਗਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਜਗ੍ਹਾ ਬਹੁਤ ਖੂਬਸੂਰਤ ਹੈ, ਪਰ ਇੱਥੇ ਰਹਿਣ ਲਈ ਤੁਹਾਨੂੰ ਸਿਰਫ 1.5 ਘੰਟਾ ਮਿਲਦਾ ਹੈ, ਜਿਸ ਵਿੱਚ ਤੁਸੀਂ ਇੰਜੋਏ ਕਰਕੇ ਵਾਪਸ ਜੀਪ ਤੱਕ ਪਹੁੰਚਣਾ ਹੁੰਦਾ ਹੈ। ਵਾਟਰਫਾਲ ਵਿੱਚ ਸਵਿਮਿੰਗ ਕਰਨ ਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ। ਤੁਹਾਡੇ ਕੋਲ ਲਾਈਫ ਸੇਵਿੰਗ ਜੈਕਟ ਤਾਂ ਹੈ, ਪਰ ਫਿਰ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਲਾਈਫ ਸਿਕਿਉਰਿਟੀ ਗਾਰਡ ਦੀ ਮਦਦ ਵੀ ਲੈ ਸਕਦੇ ਹੋ। ਇੱਥੇ ਇਹ ਵੀ ਦੱਸ ਦੇਵਾਂ ਕਿ ਇਹ ਉਹ ਜਗ੍ਹਾ ਹੈ ਜਿੱਥੇ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣੇ ਦੀ ਫਿਲਮ ਚੇਨਈ ਐਕਸਪ੍ਰੈਸ ਦੀ ਸ਼ੂਟਿੰਗ ਵੀ ਹੋਈ ਸੀ। ਆਓ ਦੇਖਦੇ ਹਾਂ ਇਸ ਵਾਟਰਫਾਲ ਦੇ ਕੁਝ ਨਜ਼ਾਰੇ। ਗੋਆ ਦੇ ਲੋਕ ਆਪਣੀ ਸੰਸਕ੍ਰਿਤੀ ਨਾਲ ਬਹੁਤ ਪਿਆਰ ਕਰਦੇ ਹਨ, ਇਸ ਲਈ ਉਹਨਾਂ ਨੇ ਆਪਣੀ ਧਰੋਹਰ ਨੂੰ ਬਹੁਤ ਸੰਭਾਲ ਕੇ ਰੱਖਿਆ ਹੈ। ਇਸੇ ਧਰੋਹਰ ਵਿੱਚੋਂ ਇੱਕ ਹੈ 400 ਸਾਲ ਤੋਂ ਵੱਧ ਪੁਰਾਣਾ ਬਰਗਿੰਜਾ ਹਾਊਸ, ਜਿੱਥੇ ਅੱਜ ਵੀ 70 ਤੋਂ 350 ਸਾਲ ਪੁਰਾਣੀ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਚਾਹੇ ਉਹ ਲਵ ਚੇਅਰ ਹੋਵੇ, ਪੁਰਾਣੇ ਫਾਨੂਸ ਹੋਣ ਜਾਂ ਫਿਰ ਪੁਰਾਣੇ ਲੱਕੜ ਦੇ ਬੈੱਡ ਅਤੇ ਲੱਕੜ ਦੀ ਹੀ ਟਾਇਲਟ ਹੋਵੇ। ਇੱਥੋਂ ਤੱਕ ਕਿ 150 ਸਾਲ ਪੁਰਾਣਾ ਅਫਰੀਕਨ ਨਾਰੀਅਲ ਵੀ ਇੱਥੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਵਿੱਚ ਲੱਗਿਆ ਇਟਾਲੀਅਨ ਮਾਰਬਲ ਲਗਭਗ 300 ਸਾਲ ਪੁਰਾਣਾ ਹੈ। ਆਓ ਨਜ਼ਰ ਮਾਰਦੇ ਹਾਂ ਹੁਣ ਬਰਗੈਂਜ਼ਾ ਹਾਊਸ 'ਤੇ।
ਅਸੀਂ ਬਰਗੈਂਜ਼ਾ ਹਾਊਸ ਦੇ ਮੌਜੂਦਾ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਕੁਝ ਇਸ ਤਰ੍ਹਾਂ ਦੱਸਿਆ। I'm Armando Braganza Pereira of the Braganza Pereira family. This house is actually more than 400 years old, more than that, and it was built during the end of the 16th century. So this is most of the things in this house, they are European like, they are European taste, and that's the way we have to maintain the house because we don't get any help from the government. How many brothers are? Like we are 4 brothers. I have 3 more brothers, and we 3 of us stay over here, and our mother is also living, and we have our family. We are 11 of us staying in the house at the moment. Do you need any food from government? We don't get any assistance from the government actually. It's better. It could be nice if we were given any assistance to maintain this place, but then How you manage the maintenance of this building? so somehow we manage with the help of you visitors who contribute in a small way or a big way anyway. ਵੈਸੇ ਤਾਂ ਗੋਆ ਵਿੱਚ ਠਹਿਰਨ ਲਈ ਇੱਕ ਤੋਂ ਇੱਕ ਵਧੀਆ ਹੋਟਲ ਅਤੇ ਰਿਜ਼ੋਰਟ ਹੈ, ਪਰ ਜੇਕਰ ਤੁਸੀਂ ਸਾਊਥ ਗੋਆ ਵਿੱਚ ਹੋ ਤਾਂ ਠਹਿਰਨ ਲਈ ਸਭ ਤੋਂ ਵਧੀਆ ਜਗ੍ਹਾ ਹੈ ਫਾਨੂਸ ਰਿਜ਼ੋਰਟ। 25 ਏਕੜ ਵਿੱਚ ਬਣੇ ਇਸ ਰਿਜ਼ੋਰਟ ਵਿੱਚ ਕਈ ਅਪਾਰਟਮੈਂਟਸ ਤੇ ਵਿਲਾਸ ਹਨ, ਜਿੱਥੇ ਤੁਸੀਂ ਘਰ ਵਰਗੀਆਂ ਸਹੂਲਤਾਂ ਲੈ ਕੇ ਰਹਿ ਸਕਦੇ ਹੋ। ਇਸ ਵਿੱਚ ਜਿੱਥੇ ਵਾਤਾਵਰਣ ਸ਼ੁੱਧ ਹੈ, ਉੱਥੇ ਹੀ ਸਾਫ਼ ਸੁਥਰੇ ਏਅਰ ਕੰਡੀਸ਼ਨਡ ਕਮਰੇ ਵੀ ਤੁਹਾਡੀ ਸਟੇ ਨੂੰ ਆਰਾਮਦਾਇਕ ਬਣਾਉਂਦੇ ਹਨ। ਖਾਣੇ ਵਿੱਚ ਵੈਸੇ ਤਾਂ ਗੋਆ ਵਿੱਚ ਮਾਸਾਹਾਰੀ ਖਾਣਾ ਜ਼ਿਆਦਾ ਪ੍ਰਚਲਿਤ ਹੈ, ਪਰ ਫਾਨੂਸ ਆਪਣੇ ਸ਼ਾਕਾਹਾਰੀ ਖਾਣੇ ਲਈ ਮਸ਼ਹੂਰ ਹੈ ਅਤੇ ਖਾਸ ਕਰਕੇ ਇਹ ਇੱਕ ਪੰਜਾਬੀ ਦਾ ਹੋਣ ਕਰਕੇ ਇੱਥੇ ਪੰਜਾਬੀ ਖਾਣਾ ਬਹੁਤ ਵਧੀਆ ਮਿਲਦਾ ਹੈ। ਨਾ ਕੇਵਲ ਪੰਜਾਬੀ ਬਲਕਿ ਪੂਰੇ ਭਾਰਤ ਦੇ ਨਾਲ-ਨਾਲ ਵਿਦੇਸ਼ ਦੇ ਹਰੇਕ ਦੇਸ਼ ਦੇ ਖਾਣੇ ਨੂੰ ਬਣਾਉਣ ਵਿੱਚ ਇੱਥੋਂ ਦੇ ਸ਼ੈਫ महारत हासिल रखते हैं। नमस्ते, मेरा नाम प्रदीप है। आई एम फ्रॉम उड़ीसा और हम लोग यहाँ पे एक साउथ गोवा में हमारा एक सेंटर खुला है जिसका नाम है फनूस, जो देश और विदेश में बहुत मतलब नाम किया है। और यहाँ पे मैं अजय शेफ़ इधर मैं काम करता हूँ और यहाँ पे जो खाना मिलता है पूरा होम घर के तरह खाना मिलता है, पूरा आयुर्वेदिक, जो हम पूरा प्योर घी से ही खाना बनाते हैं। और वैरायटी ऑफ फूड मिलता है, जैसे पंजाब का तो पंजाब का ही खाना मिलता है और हमें चाइनीज़ का भी मिलता है, इंडियन का नॉर्थ इंडियन का खाना मिलता है। और बेसिकली हम लोग साउथ गोवा से हैं तो साउथ गोवा का ही खाना भी मिलता है। तो आप एक बार आके सब यहाँ पे थोड़ा सा देखिए यहाँ का वातावरण और यहाँ पे जैसे क्या है, मतलब कैसे इन्वायरमेंट कैसा है, आपको बहुत अच्छा लगेगा। और यहाँ से विदेश से भी बाहर बहुत सारे गेस्ट आते हैं, हमारे साथ फ्रेंडली रह के इधर बहुत सारे अच्छे से ट्रीटमेंट हो के अच्छे से खुश हो के यहाँ से रिटर्न करते हैं। और बहुत इसका फीडबैक बहुत है, अच्छा है। और आप एक बार आके यहाँ के विजिट करिए, यहाँ का खाना, यहाँ का रहना, यहाँ का वातावरण बहुत खुश है, आप भी खुश होंगे। नमस्ते। ਇੱਥੇ ਸੈਲਾਨੀ ਜਿੱਥੇ 2-4 ਦਿਨ ਜਾਂ 2-4 ਮਹੀਨੇ ਲਈ ਆਉਂਦੇ ਹਨ, ਉੱਥੇ ਹੀ ਕਈ NRI ਫੈਮਲੀਜ਼ ਪੱਕੇ ਤੌਰ ਤੇ ਇੱਥੇ ਰਹਿ ਰਹੀਆਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਹਨ। ਅਸੀਂ ਉਹਨਾਂ ਵਿੱਚੋਂ ਕੁਝ ਨਾਲ ਗੱਲਬਾਤ ਕੀਤੀ ਤਾਂ ਕੀ ਸੀ ਉਹਨਾਂ ਦਾ ਕਹਿਣਾ, ਆਓ ਸੁਣਦੇ ਹਾਂ। 13 ਸਾਲ ਹੋ ਗਏ 2006 से रह रहे हैं। ਤੇ ਕਿਸ ਤਰ੍ਹਾਂ ਦਾ ਐਟਮੋਸਫੇਅਰ ਹੈ ਇੱਥੇ ਦਾ ਸਾਰਾ? बहुत अच्छी हवा है, very quiet, best for retired people। ਇੱਥੇ ਦੇ ਵਰਕਰਸ ਜਿਹੜੇ ਕੰਮ ਕਰਦੇ ਹਾਊਸਕੀਪਿੰਗ ਸਾਰੇ very helpful ਹੈ and honest। ਸਾਨੂੰ ਸਾਰਾ ਕੁਝ ਅਵੇਲੇਬਲ ਹੈ ਇੱਥੇ, everything we want ਸਾਨੂੰ ਮਿਲਦਾ ਹੈ। ਬਾਜ਼ਾਰ ਥੋੜਾ ਦੂਰ ਹੈ ਲੇਕਿਨ ਅਗਰ ਫੋਨ ਕਰੋ ਤੇ ਆਰਡਰ ਤੇ ਘਰ ਵੀ ਆ ਜਾਂਦਾ ਹੈ। ਤੇ ਕਾਰ ਹੋਏ ਤੇ ਹੋਰ ਵੀ ਅੱਛਾ ਹੈ, ਬਟ ਨੋ ਪ੍ਰੋਬਲਮ ਐਟ ਆਲ। मेरा नाम कुलदीप गरेवाल। ਜਿਸ ਤਰ੍ਹਾਂ ਦੱਸਿਆ ਮਹਿਮੂਸ਼ਾ ਕਪੂਰ ਨੇ ਕਿ ਤੁਸੀਂ ਇਹ ਜਿਹੜਾ ਹੈ ਹਲੇ ਹਫ਼ਤਾ ਪਹਿਲਾਂ ਆਏ ਸੀ ਤੇ ਇਹਨੂੰ ਬਾਏ ਕੀਤਾ ਇੱਥੇ ਅਪਾਰਟਮੈਂਟਸ, ਤੁਹਾਨੂੰ ਕੀ ਲੱਗਿਆ ਵੀ ਤੁਸੀਂ ਇੱਥੇ ਬਾਏ ਕੀਤਾ ਹੈ? ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਪਹਿਲੇ ਆਪਣੇ ਬਾਰੇ ਜ਼ਰੂਰ ਦੱਸਿਆ ਜੇ, ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਤੇ ਇੱਥੇ ਕਿਸ ਤਰ੍ਹਾਂ ਪੁੱਜੇ? ਅਸੀਂ ਲੰਡਨ ਦੇ ਰਹਿਣ ਵਾਲੇ ਹਾਂ ਤੇ ਵੈਸੇ ਅਸੀਂ ਸਾਰੇ ਫਰੈਂਡਸ ਇਕੱਠੇ ਹੋ ਕੇ ਹੌਲੀਡੇ ਇੱਥੇ ਆਉਂਦੇ ਰਹੇ ਹਾਂ ਤੇ 2-4 ਵਾਰਾਂ ਤਾਂ ਅਸੀਂ ਆ ਚੁੱਕੇ ਹਾਂ ਆਲਰੇਡੀ। ਫਿਰ ਇੱਕ ਟ੍ਰੀਟਮੈਂਟ 'ਤੇ ਅਸੀਂ ਆਏ ਸੀ ਜਿੱਥੇ ਇਹਨਾਂ ਦੇ ਪਹਿਲਾਂ ਆਇਓ ਸ਼ਕਤੀ ਦਾ ਸੀਗਾ ਤੇ ਅਸੀਂ ਥੋੜ੍ਹੇ ਚਲ ਕੇ ਭਾਰ ਲੂਜ਼ ਕਰੀਏ ਜਾਂ ਕਿਸ ਤਰ੍ਹਾਂ ਠੀਕ ਠਾਕ, ਉਦੋਂ ਸਭ ਠੀਕ ਸੀ। ਅਸੀਂ ਮੇਰਾ ਖਿਆਲ ਪੂਰਾ 1 ਮਹੀਨਾ ਰਹਿ ਕੇ ਗਏ ਇੱਥੇ। ਸੋ ਵੈਰੀ ਗੁੱਡ ਐਕਸਪੀਰੀਅੰਸ, ਸਾਰੇ ਸਟਾਫ ਮੈਂਬਰ ਸਾਰੇ ਲੁੱਕ ਆਫਟਰ ਕਰਦੇ ਸੀ ਸਾਨੂੰ। ਫਿਰ
ਪਿਛਲੇ ਟਾਈਮ ਆਏ ਡਿਸਾਈਡ ਕੀਤਾ ਕਿ ਲੈ ਲਓ, ਇਹ ਵੀ ਕਹਿੰਦੇ ਸੀ, ਮੇਰੀ ਫਰੈਂਡ ਕਹਿੰਦੇ ਸੀ ਤੁਸੀਂ ਲੈ ਲਓ। ਮੈਂ ਕਿਹਾ ਨਹੀਂ, ਟੂ ਮੱਚ ਮੇਰੇ ਲਈ ਹੋ ਜਾਂਦਾ। ਪਰ ਕਿਉਂਕਿ ਦਿਸ ਟਾਈਮ ਅਸੀਂ ਠੰਡ ਬਹੁਤ ਸੀਗੀ ਤੇ ਮੇਰੇ ਬੇਟਾ ਕਹਿੰਦਾ ਕਿ ਮਾਮਾ ਤੁਸੀਂ ਜਾਓ ਗੋਆ ਦੇ ਵਿੱਚ, ਉੱਥੇ ਆਪਣਾ ਥੋੜ੍ਹਾ ਠੰਡੀ ਤੋਂ ਬਚ ਕੇ ਰਹੋਗੇ ਥੋੜ੍ਹਾ ਜਿਹਾ। ਸੋ ਮੋਰ ਵਰੀਡ ਸੀਗੇ। ਅਸੀਂ ਜਦੋਂ ਇੱਥੇ ਆਏ ਹਾਂ ਤਾਂ ਮੈਨੂੰ ਫਿਰ ਸੋਚਿਆ ਕਿ ਮੈਂ ਚਲੋ ਅਸੀਂ ਦੇਖ ਲੈਂਦੇ ਹਾਂ ਕਿ ਡਿਸਾਈਡ ਕਰ ਲੈਂਦੇ ਹਾਂ ਵੀ ਫਲੈਟ ਠੀਕ ਆ, ਕਿਉਂਕਿ ਮੇਰੀ ਫਰੈਂਡ ਦਾ ਫਲੈਟ ਹੈਗਾ ਤੇ ਡਿਸਾਈਡ ਕੀਤਾ ਕਿ ਵਿਲ ਬਾਏ ਫਰਮ ਹਰ। ਤੇ ਇਸ ਲਈ ਇੱਥੇ ਹੀ ਕਿ ਵੈਦਰ ਬਹੁਤ ਅੱਛਾ, ਰਿਟਾਇਰਮੈਂਟ ਲਈ ਅੱਛਾ ਹੈਗਾ ਤੇ ਟਾਈਮ ਬੜਾ ਅੱਛਾ ਮਿਲਦਾ। ਮੇਰੇ ਫਰੈਂਡਸ ਹੈਗੇ ਨੇ, ਗੈਟ ਟੂਗੈਦਰ ਸਾਰੇ ਅਸੀਂ ਬਾਹਰ ਚਲ ਜਾਂਦੇ ਹਾਂ। ਵੀ ਇੰਜੋਏ ਸਾਰਾ ਖਾਣਾ ਪੀਣਾ ਬਾਹਰ ਇਕੱਠੇ ਖਾਣੇ ਹੈਗੇ ਆ। ਸੋ ਕੋਈ ਪ੍ਰੋਬਲਮ ਨਹੀਂ ਹੈ ਇੱਥੇ। ਸੋ ਦੋਸਤੋ, ਇਹ ਸੀ ਗੋਆ ਦੇ ਕੁਝ ਮੂਮੈਂਟਸ ਜੋ ਅਸੀਂ ਆਪਣੇ ਕੈਮਰਿਆਂ ਵਿੱਚ ਕੈਦ ਕੀਤੇ ਤੇ ਤੁਹਾਡੇ ਨਾਲ ਸਾਂਝੇ ਕੀਤੇ। ਗੋਆ ਦੀ ਸਾਡੀ ਯਾਤਰਾ ਸੱਚਮੁੱਚ ਬਹੁਤ ਯਾਦਗਾਰੀ ਰਹੀ। ਤੁਸੀਂ ਵੀ ਅਗਰ ਗੋਆ ਆਉਂਦੇ ਹੋ ਤਾਂ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਸਾਊਥ ਗੋਆ ਆਉਂਦੇ ਹੋ ਤਾਂ ਤੁਹਾਨੂੰ ਘਰ ਵਰਗੀ ਸਟੇ ਲਈ ਫਨੂਸ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਤੇ ਜੇਕਰ ਨਾਰਥ ਗੋਆ ਆਉਂਦੇ ਹੋ ਤਾਂ ਨਾਰਥ ਗੋਆ ਦੇ ਵਿੱਚ ਅਜਿਹੇ ਬਹੁਤ ਸਾਰੇ ਰਿਜ਼ੋਰਟ ਨੇ, ਬਾਗਾ ਬੀਚ ਦੇ ਕੋਲ, ਕੈਂਡਲਮ ਬੀਚ ਦੇ ਕੋਲ, ਜਿੱਥੇ ਤੁਸੀਂ ਬਹੁਤ ਹੀ ਸਸਤੇ ਰੇਟ ਦੇ ਉੱਤੇ ਆਪਣੀ ਪਾਕਟ ਜਿਸ ਤਰ੍ਹਾਂ ਅਲਾਉ ਕਰਦੀ ਹੈ ਉਸ ਦੇ ਮੁਤਾਬਕ ਵਧੀਆ ਹੋਟਲ ਲੈ ਸਕਦੇ ਹੋ ਤੇ ਰਹਿ ਸਕਦੇ ਹੋ। ਸੋ ਹੁਣ ਆਪਣੇ ਦੋਸਤ ਸ਼ਮੀ ਡਾਵਰਾਂ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।